ਕੁਲਾਂ ਦਾ ਵੀ ਉਧਾਰ ਕਰ ਲੈਂਦੇ ਨੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਪਾਈ ਜੁੜ ਕੇ ਬੈਠਦੇ ਨੇ। ਸੋ ਅੱਜ ਪਹਿਲੀ ਪਾਤਸ਼ਾਹੀ ਧੰਨ 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਵਤਾਰ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਜੋ ਸ਼ਾਮਾਂ ਦੇ ਦੀਵਾਨ ਸਜੇ ਨੇ, ਜਿਸ ਦੇ ਵਿੱਚ ਆਪ ਜੀ ਨੇ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਨੇ ਕੀਤੇ ਨੇ। ਉਪਰੰਤ ਥੋੜ੍ਹਾ ਸਮਾਂ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਦੇ ਨਾਲ ਜੁੜਨਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਗੁਰੂ ਮਹਾਰਾਜ ਜੀ ਦੀ ਉਸਤਤ, ਉਹਨਾਂ ਦੀ ਸੋਭਾ, ਕਿਉਂਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਕਲਯੁਗ ਦੇ ਵਿੱਚ ਸੰਸਾਰ ਦਾ ਭਲਾ ਕਰਨ ਦੇ ਵਾਸਤੇ ਆਏ, ਕਿਉਂਕਿ ਮਹਾਰਾਜ ਜੀ ਦੀ ਬਾਬਤ ਭੱਟ ਲਿਖਦੇ ਨੇ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਨੇ ਆਪਣੀ ਜੋਤ ਨੂੰ ਜਗਤ ਮੰਡਲ ਦੇ ਵਿੱਚ ਆਪ ਪ੍ਰਗਟ ਕਰਨਾ ਕੀਤਾ। ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ, ਮਿਟੇ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਿਪੇ ਅੰਧੇਰ ਫਲੋਆ, ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ, ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਵਸੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਸਮੇਂ ਵਿੱਚ ਪ੍ਰਗਟ ਹੋਏ, ਅਵਤਾਰ ਧਾਰੀ ਹੋਏ। ਰਾਏ ਭੋਏ ਕੀ ਤਲਵੰਡੀ ਵਿਖੇ ਆਪ ਜੀ ਦਾ ਪਾਵਨ ਪਵਿੱਤਰ ਅਵਤਾਰ ਮਹਿਤਾ ਸ਼੍ਰੀ ਕਲਿਆਣ ਚੰਦ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਕਾਰਤਿਕ ਦੀ ਪੂਰਨਮਾਸ਼ੀ ਨੂੰ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਏ, ਸੰਸਾਰ ਤੋਂ ਧੁੰਦ ਮਿਟੀ। ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਥਾਂ ਥਾਂ 'ਤੇ ਜਾ ਕੇ ਆਪ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਉਹ ਜਿਹੜੀਆਂ ਟੁੱਟੀਆਂ ਰੂਹਾਂ, ਭਟਕੇ ਹੋਏ ਜਿਹੜੇ ਜੀਵ ਸਨ, ਉਹਨਾਂ ਨੂੰ ਜੋੜਨਾ ਕੀਤਾ। ਆਓ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਅਵਤਾਰ ਕਲਯੁਗ ਦੇ ਉਧਾਰ ਵਾਸਤੇ ਹੋਇਆ। ਸਮੇਂ ਨਾਲ ਸ਼ਬਦਾਂ ਦੇ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਬਿਰਤ ਕਰੋ ਅਰਦਾਸ ਸੁਨੋ, ਜੇ ਠਾਕੁਰ ਭਾਵੈ, ਦੇਹੋ ਦਰਸ਼ ਮਨ ਚਾਓ, ਭਗਤ ਹੋ ਮਨ ਠਹਿਰਾਵੇ। ਬਲਿਓ ਚਿਰਾਗ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇਕ ਨਾਮ ਧਰਮ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਕਲ ਤਾਰਨ ਨਾਨਕ ਅਵਤਾਰਾ, ਕਲ ਤਾਰਨ ਨਾਨਕ ਅਵਤਾਰਾ, ਕਲ ਤਾਰਨ ਨਾਨਕ ਅਵਤਾਰਾ, ਕਲ ਤਾਰਨ ਨਾਨਕ ਅਵਤਾਰਾ। ਨਾਨਕ ਅਵਤਾਰਾ, ਨਾਨਕ ਅਵਤਾਰਾ, ਨਾਨਕ ਅਵਤਾਰਾ, ਨਾਨਕ ਅਵਤਾਰਾ, ਨਾਨਕ ਅਵਤਾਰਾ, ਨਾਨਕ ਅਵਤਾਰਾ, ਕਲ ਤਾਰਨ ਨਾਨਕ ਅਵਤਾਰਾ, ਕਲ ਤਾਰਨ ਨਾਨਕ ਅਵਤਾਰਾ। ਨਾਨਕ ਅਵਤਾਰਾ,
फिर पुछण सिद्ध नानका मात लोक विच क्या वरतारा। फिर पुछण सिद्ध नानका मात लोक विच क्या वरतारा। बाबे आखिया नाथ जी सच चंद्रमा कूड़दारा। बाबे आखिया नाथ जी सच चंद्रमा कूड़दारा कूड़दारा। कल तारण नानक अवतारा कल तारण नानक अवतारा। नानक अवतारा नानक अवतारा नानक अवतारा नानक अवतारा नानक अवतारा। कल तारण नानक अवतारा कल तारण नानक अवतारा। पाप गिरासी पिरथ में तौल खड़ा तर हेत पुकारा। पाप गिरासी पिरथ में तौल खड़ा तर हेत पुकारा तर हेत पुकारा। कल तारण नानक अवतारा कल तारण नानक अवतारा। नानक अवतारा नानक अवतारा नानक अवतारा। सब सिद्धि बुझिया कल तारण नानक अवतारा। सब सिद्धि बुझिया कल तारण नानक अवतारा नानक अवतारा। कल तारण नानक अवतारा कल तारण नानक अवतारा। बाबे आखिया नाथ जी सच चंद्रमा कूड़दारा। कूड़ अमावस बरत्या
सिद्ध छप बैठे पार्वती कौन जगत को पार उतारा। सिद्ध छप बैठे पार्वती कौन जगत को पार उतारा। जोगी ज्ञान बेहुणिया निस दिन अंग लगायन शारा। जोगी ज्ञान बेहुणिया निस दिन अंग लगायन शारा। बाज गुरु डूबा संसारा। बाज गुरु डूबा संसारा। कल तारण नानक अवतारा। कल तारण नानक अवतारा। नानक अवतारा। नानक अवतारा। नानक अवतारा। कल तारण नानक अवतारा। कल तारण नानक अवतारा। कलयुग ਦੇ ਉਧਾਰ ਵਾਸਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਅਵਤਾਰ ਹੋਇਆ। ਕਿਉਂਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਹਰ ਪਾਸੇ ਕੂੜ ਦਾ ਬਸਾਰਾ ਹੋਇਆ ਪਿਆ ਸੀ। ਭਾਈ ਗੁਰਦਾਸ ਜੀ ਕਥਨ ਕਰਦੇ ਨੇ ਕਿ ਕੱਲ ਆਈ ਕੁੱਤੇ ਮੋਹੀ ਖਾਜ ਹੋਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਮਦੇ ਉਲਟੀ ਬਾੜ ਖੇਤ ਕੋ ਖਾਈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਬੜੀ ਹਨੇਰ ਗਰਦੀ ਮੱਚੀ ਹੋਈ ਸੀ। ਹਰ ਪਾਸੇ ਹਾਹਾਕਾਰ ਮੱਚੀ ਹੋਈ ਸੀ। ਅਕਾਲ ਪੁਰਖ ਵਾਹਿਗੁਰੂ ਨੇ ਜਿੱਥੇ ਧਰਤੀ ਦੀ ਪੁਕਾਰ ਸੁਣੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਪਰਮੇਸ਼ਰ ਨੇ ਧੀਰਜ ਦਿੱਤੀ, ਹੈ ਧਰਤੀ ਥੋੜ੍ਹੀ ਦੇਰ ਦੇ ਵਾਸਤੇ ਮੈਂ ਖੁਦ ਅਵਤਾਰ ਧਾਰੀ ਹੋਵਾਂਗਾ ਤੇਰੇ ਉੱਤੇ, ਤੇ ਅਕਿਰਤ ਘਣਾ ਦਾ ਭਾਰ ਜਿਹੜਾ ਸਾਰਾ ਉੱਤੇ ਦੇ ਕੋਲੋਂ ਦੂਰ ਕਰ ਦੇਵਾਂਗਾ। ਉਧਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦਾ ਬਾਬਾ ਸ਼ਿਵ ਰਾਮ ਜੀ, ਦਾਦੀ ਬਨਾਰਸੀ ਜੀ, ਜੋ ਬੜੀ ਭਾਰੀ ਤਪੱਸਿਆ ਕਰ ਰਹੇ ਸਨ। ਬਹੁਤ ਤਪੱਸਿਆ ਕੀਤੀ, ਬੜੀ ਤਪੱਸਿਆ ਕਰਨੀ ਕੀਤੀ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਕਥਨ ਕਰਦੇ ਨੇ ਕਿ ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਜੋਗ ਸਾਧਨਾ ਸਾਧਾ। ਮੇਰੇ ਮਾਤਾ ਪਿਤਾ ਨੇ ਬਹੁਤ ਜੋਗ ਸਾਧਨਾਵਾਂ ਕੀਤੀਆਂ ਤੇ ਅਕਾਲ ਪੁਰਖ ਵਾਹਿਗੁਰੂ ਨੂੰ ਤਪੱਸਿਆ ਕਰਕੇ ਪ੍ਰਸੰਨ ਕਰਨਾ ਕੀਤਾ। ਇਸੇ ਤਰ੍ਹਾਂ ਦੇ ਨਾਲ ਇਤਿਹਾਸ ਵਿੱਚ ਜ਼ਿਕਰ ਆਇਆ ਕਿ ਜਦੋਂ ਦਾਦਾ ਸ਼ਿਵ ਰਾਮ ਜੀ ਤੇ ਦਾਦੀ ਬਨਾਰਸੀ ਜੀ ਬਹੁਤ ਭਾਰੀ ਤਪੱਸਿਆ ਕਰਦੇ ਸਨ ਤੇ ਅਕਾਲ ਪੁਰਖ ਵਾਹਿਗੁਰੂ ਉੱਠ ਕੇ ਪ੍ਰਸੰਨ ਹੋ ਗਏ। ਭਾਵੇਂ ਕਿ ਤਪੱਸਿਆ ਕਰਦਿਆਂ ਮਨ ਵਿੱਚੋਂ ਸਾਰੀਆਂ ਇਛਾਵਾਂ ਜਿਹੜੀਆਂ ਉਹ ਦੂਰ ਹੋ ਜਾਂਦੀਆਂ ਨੇ। ਜਿਵੇਂ ਧਰੂ ਨੇ ਵੀ ਜਦੋਂ ਅਕਾਲ ਪੁਰਖ ਦੀ ਤਪੱਸਿਆ ਕਰਨੀ ਕੀਤੀ, ਜਦੋਂ ਭਗਵਾਨ ਪ੍ਰਗਟ ਹੋਏ ਕਹਿਣ ਲੱਗੇ ਕੀ ਮੰਗਦਾ ਹੈ? ਕਹਿਣ ਲੱਗੇ ਜੀ ਹੁਣ ਤੇ ਕੋਈ ਇੱਛਾ ਹੀ ਨਹੀਂ ਰਹੀ ਮਨ ਵਿੱਚ, ਡਿਜ਼ਾਇਰਲੈਸ ਸਟੇਟ ਹੋ ਗਈ। ਮਨ ਵਿੱਚੋਂ ਸਾਰੀਆਂ ਭਜਨ ਕਰਕੇ ਸਿਮਰਨ ਕਰਕੇ ਇਛਾਵਾਂ ਹੀ ਦੂਰ ਹੋ ਗਈਆਂ। ਹੁਣ ਤੇ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀਆ। ਉਤਰੈ ਮਨ ਕੀ ਭੁੱਖ, ਮਨ ਦੀ ਭੁੱਖ ਉਤਰ ਜਾਵੇ, ਜਿਸ ਕਰਕੇ ਕੇਵਲ ਤੇ ਕੇਵਲ ਨਾਮ ਚਾਹੀਦਾ ਹੈ, ਹੋਰ ਕੁਝ ਨਹੀਂ ਚਾਹੀਦਾ। ਤੇਰੇ ਨਾਮ ਵਿੱਚ ਰੱਤੇ ਮੱਤੇ ਰਹੀਏ। ਜਦੋਂ ਉਹ ਮਖਮੂਰਤਾ ਦੀ ਮਸਤੀ ਦੇ ਵਿੱਚ ਦੀਵਾਨੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਫਿਰ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਤੋਂ ਬਿਨਾਂ ਹੋਰ ਕੁਝ ਸੁਝਦਾ ਹੀ ਨਹੀਂ। ਦੁਨੀਆ ਦੇ ਸਭ ਭੋਗ ਪਦਾਰਥ ਜਿਹੜੇ ਉਹ ਕਾਗ ਬਿਸ਼ਟਾ ਸਮਾਨ ਲੱਗਣ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦਾ ਤੇ ਦਾਦੀ ਜੀ ਜਦੋਂ ਪਰਮੇਸ਼ਰ ਨੇ ਪ੍ਰਸੰਨ ਹੋ ਕਰਕੇ ਕਿਹਾ ਕਿ ਵਰ ਮੰਗੋ, ਕੀ ਮੰਗਦੇ ਹੋ? ਅਸੀਂ ਤੁਹਾਡੀ ਤਪੱਸਿਆ ਤੇ ਪ੍ਰਸੰਨ ਹਾਂ। ਕਿਉਂਕਿ ਵੇਦੀਆਂ ਨੇ
ਪਹਿਲਾਂ ਵੇਦ ਪੜ੍ਹ ਕੇ 3 ਬੇਦੀਆਂ ਕੀ ਕੁੱਲ ਵਿਖੇ ਹੀ ਮਹਾਰਾਜ ਜੀ ਪ੍ਰਗਟ ਹੋਏ ਸਨ। ਸੋ ਬੜੀ ਭਾਰੀ ਉਹਨਾਂ ਨੇ ਤਪੱਸਿਆ ਕਰਨੀ ਕੀਤੀ ਸੀ। ਜਿਨ੍ਹਾਂ ਵੇਦ ਪੜ੍ਹਿਓ 3 ਬੇਦੀ ਕਹਾਇਓ, ਗੁਰੂ ਕਲਗੀਧਰ ਪਾਤਸ਼ਾਹ ਇਤਿਹਾਸ ਦਾ ਜ਼ਿਕਰ ਕਰਦੇ ਨੇ। ਉਹਨਾਂ ਨੇ ਵੇਦਾਂ ਦੀਆਂ ਰਿਚਾਂ ਕੀਤੀਆਂ ਅਤੇ ਉਹਨਾਂ ਨੂੰ ਰਾਜ ਮਿਲ ਗਿਆ। ਅਤੇ ਅੱਗੋਂ ਉਸੇ ਕੁਲ ਦੇ ਵਿੱਚ ਦਾਦਾ ਸ਼ਿਵ ਰਾਮ ਜੀ ਅਤੇ ਮਾਤਾ ਬਨਾਰਸੀ ਜੀ ਹੋਏ। ਉਹਨਾਂ ਨੇ ਮਨ ਵਿੱਚ ਇਹ ਇੱਛਾ ਤੇ ਧਾਰਨ ਕੀਤੀ ਸੀ ਪਹਿਲਾਂ ਕਿ ਅਕਾਲ ਪੁਰਖ ਵਾਹਿਗੁਰੂ ਸਾਨੂੰ ਕੋਈ ਐਸਾ ਵਰ ਦੇ ਦੇਵੇ ਜਿਸ ਕਰਕੇ ਅਸੀਂ ਸੰਸਾਰ ਵਿੱਚ ਅਮਰ ਹੋ ਜਾਈਏ। ਹੁਣ ਤਪੱਸਿਆ ਕਰਦੇ ਨੇ। ਤਪੱਸਿਆ ਕਰਦਿਆਂ ਕਰਦਿਆਂ ਜਦੋਂ ਅਕਾਲ ਪੁਰਖ ਜੀ ਨੇ ਪ੍ਰਸੰਨਤਾ ਧਾਰਨ ਕਰਨੀ ਕੀਤੀ ਅਤੇ ਉਸ ਵਕਤ ਫਿਰ ਕਹਿਣ ਲੱਗੇ ਕਿ ਸਾਨੂੰ ਤਾਂ ਹੁਣ ਕੁਝ ਚਾਹੀਦਾ ਨਹੀਂ। ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਅਤ ਸੁੰਦਰ ਮਨ ਮੋਹਨ ਪਿਆਰੇ, ਸਭ ਹੋ ਮਦ ਨਰਾਰੇ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਧਾਰਨਾ ਪੜ੍ਹਿਆ ਕਰਦੇ ਸਨ। ਆਓ ਨਾਲ ਦੀ ਨਾਲ ਰਲ ਮਿਲ ਕੇ ਧਾਰਨਾ ਵਿੱਚ ਵੀ ਬੋਲਾਂਗੇ ਅਤੇ ਇਤਿਹਾਸ ਦਾ ਵੀ ਨਾਲ ਜ਼ਿਕਰ ਕਰਾਂਗੇ ਜੀ। ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਸੰਗਤਾਂ ਬੋਲੋ। ਜੀ ਮੈਂ ਰਾਜ ਮੁਕਤ ਨਹੀਂ, ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਜੀ ਮੈਂ ਰਾਜ ਮੁਕਤ ਨਹੀਂ, ਪ੍ਰੀਤੀ ਤੇਰੇ ਚਰਨਾਂ ਦੀ। ਪ੍ਰੀਤੀ ਤੇਰੇ ਚਰਨਾਂ ਦੀ, ਪ੍ਰੀਤੀ ਤੇਰੇ ਚਰਨਾਂ ਦੀ, ਤੇਰੇ ਚਰਨਾਂ ਦੀ। ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਰਾਜ ਮੁਕਤ ਨਹੀਂ ਮੰਗਦਾ, ਪ੍ਰੀਤੀ ਤੇਰੇ ਚਰਨਾਂ ਦੀ। ਜੀ ਮੈਂ ਅੰਮ੍ਰਿਤਾ ਪ੍ਰੇ ਬਚਨ ਤੁਹਾਰੇ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਬ੍ਰਹਮ ਮਹੇਸ਼ਰ ਸਿੱਧ ਮੁਨਿੰਦਰਾ, ਮੋਹਿ ਠਾਕੁਰ ਹੀ ਦਰਸਾਰੇ। ਦੀਨ ਦੁਆਰਾ ਆਇਓ ਠਾਕੁਰ, ਸ਼ਰਨ ਪਰਿਓ ਸੰਤ ਹਾਰੇ। ਵਾਹਿਗੁਰੂ ਅਕਾਲ ਪੁਰਖ ਦਾ ਜਦੋਂ ਦੀਦਾਰ ਹੋ ਜਾਵੇ ਅਤੇ ਉਸ ਵਕਤ ਫਿਰ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਉਹ ਸ਼ਾਂਤ ਹੋ ਜਾਂਦੀਆਂ ਨੇ। ਜਿਵੇਂ ਸਿੱਪੀ ਜਦੋਂ ਸਮੁੰਦਰ ਦੀ ਤਹਿ ਵਿੱਚ ਬਹਿ ਜਾਂਦੀ ਹੈ ਅਤੇ ਉਹਦੇ ਵਿੱਚ ਮੋਤੀ ਪੈਦਾ ਹੋ ਜਾਂਦਾ ਹੈ, ਇਸੇ ਤਰ੍ਹਾਂ ਦੇ ਨਾਲ ਜੋ ਬੰਦਾ ਅਕਾਲ ਪੁਰਖ ਵਾਹਿਗੁਰੂ ਦੀ ਤਪੱਸਿਆ ਕਰਦਾ, ਤਪੱਸਿਆ ਕਰਦਿਆਂ ਕਰਦਿਆਂ ਮਨ ਦੀਆਂ ਇੱਛਾਵਾਂ ਜਿਹੜੀਆਂ ਨੇ ਉਹ ਸ਼ਾਂਤ ਹੋ ਕੇ ਕੇਵਲ ਅਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਦਰਸ਼ਨ ਹੀ ਮੰਗਦੀਆਂ ਨੇ। ਉਹਨੂੰ ਕਦੇ ਨਜ਼ਰੋਂ ਓਹਲੇ ਕਰਨਾ ਨਹੀਂ ਚਾਹੁੰਦੀਆਂ। ਇਸ ਕਰਕੇ ਦੋਵਾਂ ਨੇ ਦੰਪਤੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਤੇ ਕੁਝ ਨਹੀਂ ਚਾਹੀਦਾ, ਬਸ ਇਸੇ ਹੀ ਆਨੰਦ ਵਿੱਚ ਰਹਿਣ ਦਿਓ। ਇਹ ਆਨੰਦ ਨੂੰ ਛੱਡਣ ਨੂੰ ਦਿਲ ਨਹੀਂ ਕਰਦਾ। ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਕਥਨ ਕਰਦੇ ਨੇ ਕਿ ਚਿਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਜਦੋਂ ਅਕਾਲ ਪੁਰਖ ਨੇ ਸਾਨੂੰ ਆਗਿਆ ਦਿੱਤੀ, ਆਪਣੇ ਪਾਸ ਬੁਲਾਇਆ, ਅਸੀਂ ਅਕਾਲ ਪੁਰਖ ਦੇ ਪਾਸ ਗਏ ਤੋ ਅਕਾਲ ਪੁਰਖ ਨੇ ਸਾਨੂੰ ਕਿਹਾ ਕਿ ਜਾਓ ਦੁਸ਼ਟ ਦਮਨ, ਸੰਸਾਰ ਵਿੱਚ ਜਾ ਕੇ ਅਵਤਾਰ ਧਾਰੀ ਹੋਵੋ, ਬਹੁਤ ਪਾਪ ਫੈਲ ਗਿਆ ਹੈ। ਸੋ ਮਹਾਰਾਜ ਜੀ ਕਹਿਣ ਲੱਗੇ, ਸਾਡਾ ਆਉਣ ਨੂੰ ਸਮਾਧੀ ਛੱਡ ਕੇ ਦਿਲ ਨਹੀਂ ਸੀ ਕਰਦਾ ਪ੍ਰਭ, ਪਰ ਤਿੰਨ ਪ੍ਰਭ ਜਬ ਆਇਸ ਮੋਹਿ ਦੀਆ, ਤਬ ਹਮ ਜਨਮ ਕਲੂ ਮੈਂ ਲਿਆ। ਪਰ ਅਕਾਲ ਪੁਰਖ ਨੇ ਜਦੋਂ ਸਾਨੂੰ ਆਗਿਆ ਕੀਤੀ ਤੇ ਉਸ ਵਕਤ ਫਿਰ ਅਸੀਂ ਸੰਸਾਰ ਵਿੱਚ ਆਏ। ਇਸੇ ਤਰ੍ਹਾਂ ਦੇ ਨਾਲ ਜਿਹੜਾ ਅਕਾਲ ਪੁਰਖ ਦੇ ਚਰਨਾਂ ਦੇ ਭੌਰੇ ਹੋ ਜਾਂਦੇ ਨੇ, ਗੜੁੱਚ ਹੋ ਜਾਂਦੇ ਨੇ, ਉਹ ਫਿਰ ਅਕਾਲ ਪੁਰਖ ਦੇ ਚਰਨਾਂ ਦੀ ਪ੍ਰੀਤ ਨੂੰ ਕਦੇ ਛੱਡ ਕੇ ਰਾਜੀ ਨਹੀਂ ਹੁੰਦੇ। ਜਦੋਂ ਅਕਾਲ ਪੁਰਖ ਨੇ ਤੀਜਾ ਬਚਨ ਕੀਤਾ ਤੇ ਮਾਤਾ ਬਨਾਰਸੀ ਜੀ ਕਹਿਣ ਲੱਗੇ, ਜੇ ਤਰੁੱਠੇ ਹੋ ਤੇ ਸਾਡੀ ਕੁਲ ਵਿੱਚ ਆਪ ਅਵਤਾਰ ਧਾਰੀ ਹੋਵੋ ਤੇ ਸਾਡੀ ਕੁਲ ਦਾ ਭਲਾ ਕਰੋ। ਅਕਾਲ ਪੁਰਖ ਨੇ ਤਥਾਸਤੂ ਕਿਹਾ ਤੇ ਉਹਨਾਂ ਦੇ ਗ੍ਰਹਿ ਵਿਖੇ 2 ਪੁੱਤਰਾਂ ਦਾ ਪਹਿਲੇ ਜਨਮ ਹੋਇਆ, ਬਾਬਾ ਕਲਿਆਣ ਚੰਦ ਜੀ ਤੇ ਬਾਬਾ ਲਾਲ ਚੰਦ ਜੀ।
ਤੇ ਅੱਗੋਂ ਬੰਸ ਚੱਲਦੀ ਗਈ। ਸੋ ਬਾਬਾ ਕਲਿਆਣ ਚੰਦ ਜੀ ਦਾ ਵਿਵਾਹ ਜਿਹੜਾ ਉਹ ਮਾਤਾ ਤ੍ਰਿਪਤਾ ਜੀ ਨਾਲ ਹੋਇਆ ਤੇ ਕਾਫੀ ਸਮਾਂ ਬੀਤ ਗਿਆ। ਕਾਫੀ ਸਮੇਂ ਤੋਂ ਬਾਅਦ ਸੋ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਦੀ ਪੁਕਾਰ ਸੁਣੀ ਤੇ ਮਾਤਾ ਨਾਨਕੀ ਜੀ ਦਾ ਜਿਹੜਾ ਅਵਤਾਰ ਉਹ ਨਨਕਾਣਾ ਸਾਹਿਬ ਵਿਖੇ ਹੋਇਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਵਨ ਅਜੇ ਹੋਇਆ ਨਹੀਂ ਸੀ। 5 ਸਾਲ ਦਾ ਸਮਾਂ ਲੰਘ ਗਿਆ ਤੇ ਫਿਰ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ। ਅਕਾਲ ਪੁਰਖ ਨੇ ਸੋ ਮਾਤਾ ਨਾਨਕੀ ਜੀ ਜੋ ਰੋਜ਼ ਅੰਮ੍ਰਿਤ ਵੇਲੇ ਉੱਠਦੇ ਸਨ, ਭਾਵੇਂ ਬਚਪਨ ਦੀ ਅਵਸਥਾ ਸੀ ਫਿਰ ਵੀ ਤੇ ਅਕਾਲ ਪੁਰਖ ਦੇ ਭੈਣ ਕਹਾਉਣਾ ਸੀ ਨਾ, ਤੇ ਉਹਨਾਂ ਦੀ ਕਿਹੜਾ ਘੱਟ ਤਪੱਸਿਆ ਹੋਏਗੀ। ਜਿਤਨੀ ਮਾਤਾ ਪਿਤਾ ਦੀ ਤਪੱਸਿਆ ਉਤਨੀ ਭੈਣ ਭਰਾਵਾਂ ਦੀ, ਉਤਨੀ ਕੁਲ ਦੀ ਵੀ ਤਪੱਸਿਆ ਹੋਇਆ ਕਰਦੀ ਹੈ। ਕਿਉਂਕਿ ਜਿਸ ਕੁਲ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਆਪ ਆਪਣੀ ਜੋਤ ਪ੍ਰਗਟਾਉਣੀ ਹੋਵੇ ਤੇ ਉਹ ਕਿਵੇਂ ਨਾ ਪਵਿੱਤਰ ਹੋਣ। ਇਸੇ ਕਰਕੇ ਭੈਣ ਨਾਨਕੀ ਜੀ ਮੁੱਢ ਤੋਂ ਹੀ ਲੈ ਕੇ ਬਚਪਨ ਤੋਂ ਹੀ ਲੈ ਕੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜੇ ਹੋਏ ਸਨ। ਮਸਤਾਨੀ ਹਾਲਤ ਦੇ ਵਿੱਚ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜੇ ਬੇਨਤੀਆਂ ਕਰਦੇ ਸਨ। ਬੇਬੇ ਨਾਨਕੀ ਜੀ ਦੀ ਤਪੱਸਿਆ ਦਾ ਫਲ ਅਤੇ ਮਾਤਾ ਤ੍ਰਿਪਤਾ ਜੀ ਬਾਬਾ ਕਲਿਆਣ ਚੰਦ ਜੀ ਦੀ ਮਿਸ਼ਰਤ ਤਪੱਸਿਆ ਦਾ ਫਲ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਨੇ ਸੰਸਾਰ ਦੇ ਵਿੱਚ ਭੇਜਣਾ ਕੀਤਾ। ਪਹਿਲੇ ਹਾਲਤ ਐਸੀ ਸੀ ਜਿਵੇਂ ਆਪਾਂ ਜ਼ਿਕਰ ਕੀਤਾ ਕਿ ਰਾਜੇ ਪਾਪ ਕਮਾਮ ਦੇ ਉਲਟੀ ਬਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜਕ ਸਤ ਮੁਖੋਂ ਅਲਾਈ। ਚੇਲੇ ਸਾਜ ਬਜਾਏ ਦੇ ਨੱਚਨ ਗੁਰੂ ਬਹੁਤ ਵਿਦ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁੜ ਉੱਠ ਘੜੀ ਘੜੀ ਤਨਾੜਾ ਜਾਈ। ਕਾਜੀ ਕੋਈ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਇਸਤਰੀ ਪੁਰਖੈ ਦਾਮ ਹਿਤ ਭਾਵੇਂ ਆਏ ਕਥਾਊ ਜਾਈ। ਵਰਤਿਆ ਪਾਪ ਸਭ ਜਗ ਮਾਹੀ, ਸਾਰੇ ਸੰਸਾਰ ਵਿੱਚ ਪਾਪ ਵਰਤਿਆ ਹੋਇਆ ਸੀ। ਪਾਪਾਂ ਵਾਲੀ ਧੁੰਦ ਹਰ ਜਗ੍ਹਾ ਤੇ ਵਿਆਪਕ ਹੋ ਰਹੀ ਸੀ। ਪਰ ਜਦੋਂ ਅਕਾਲ ਪੁਰਖ ਨੇ ਆਪਣੀ ਜੋਤ ਨੂੰ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਜਦੋਂ ਇਹ ਜਗਤ ਦੇ ਵਿੱਚ ਅਕਾਲ ਪੁਰਖ ਨੇ ਆਪਣੀ ਜੋਤ ਨੂੰ ਪ੍ਰਗਟ ਕਰਨਾ ਕੀਤਾ ਤੇ ਉਸ ਵਕਤ ਫਿਰ ਕੀ ਹੋਇਆ? ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਭੁੱਲੋਆ। ਸਿੰਘ ਬੁੱਕੇ ਮਿਰਗਾਵਲੀ, ਭੰਨੀ ਜਾਏ ਨਾ ਧੀਰ ਧਰੋਆ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਸਿੱਧ ਆਸਣ ਸਭ ਜਗਤ ਦੇ, ਨਾਨਕ ਆਦ ਮਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੇ ਕੀਰਤਨ ਸਦਾ ਬਸੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰਨਾ ਕੀਤਾ। ਕਲ ਤਾਰਨ ਨਾਨਕ ਅਵਤਾਰਾ ਦਾ ਸ਼ਬਦ ਆਪ ਜੀ ਨੇ ਸਰਵਣ ਕਰਨਾ ਕੀਤਾ ਹੈ। ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਪ੍ਰਗਟ ਹੋਏ ਜੀ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੇ ਧੁੰਦ ਜਗ ਚਾਨਣ ਹੋਆ। ਸਤਿਗੁਰ ਨਾਨਕ ਪ੍ਰਗਟਿਆ, ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਮਿੱਟੀ ਧੁੰਦ ਜਗ ਚਾਨਣ ਹੋਆ।
सतगुरु महाराज सच्चे पातशाह कलयुग के समय में प्रगट होए। संसार विचों पापां की धुंध मिटी, दौलतां दाई, ज्ञानवान भी हो गई ते दौलतवान भी हो गई। बाबा कल्याण चंद मेहता जी, माता तृप्ता जी के घर में खुशियां हुईयां, अनेकां दान किए गए। गरीब गुरबिਆਂ ਨੂੰ सतगुरु महाराज जी के दर के उत्तों झोलियां भरपूर मिलियां, झोलियां भरियां गईयां उन्हां दियां। सतगुरु महाराज सच्चे पातशाह जी का जो भी दीदार करदा निहाल हो जाता। हुण सतगुरु महाराज सच्चे पातशाह जी की हौली हौली काया वधदी गई। ज्यों ज्यों काया हौली हौली वध रही है, तिवें तिवें ज्ञान का प्रकाश हो रहा है। जिधर नूं महाराज जी निगाह मारते ने, जां की दृष्ट अमृत धार कालक खान उतारते ही जाते ने। हर पासे जिधर जिधर भी पाप का पसारा वरत्या होया सी, उस पासे सतगुरु महाराज सच्चे पातशाह देख देख के उन्होंने पापां नूं मिटाउण दी जो अकाल पुरख ने ड्यूटी लाई सी, ड्यूटी निभा रहे ने बचपन तो ही लैके। क्योंकि अकाल पुरख पासों पहले ही बख्शिश प्राप्त करके आए सन। पहला पाया बाबे बख्श दर, पिछों दे फिर घाल कमाई। रेत अक हार कर रोड़ां दी गुर करी बिछाई, भारी करी तपस्या बड़े भाग अरसों बणियाई। बाबा देखे ध्यान धर, हुण गुरु महाराज सच्चे पातशाह जिधर वल भी ध्यान मारते ने, जलती सब पृथ्वी दिसियाई। हर पासे हाहाकार मची हुई है। सतगुरु महाराज सच्चे पातशाह जिधर जिधर भी देखते हैं हाहाकार मची हुई है, धिंगो जोरी हो रही है। गरीब ते गऊ ते पाप हो रहे ने। गऊ ब्राह्मण कौ कर लाभो, गोबर तरन न जाई। धोती टिक्का तैज पमाली, धान मलेछां खाई। अंतर पूजा पढ़े किताबां, संजम तुरका भाई। छोड़ी ले पाखंडा, नाम लिया जाए तरंदा। मानस खाने करे नवाज, मानसां नूं खाण वाले नमाज़ां उपरों उपरों पढ़ते फिरते हैं ते काजी रिश्वत लै लै के लोगों के नाल ठगियां मारते हैं। ते पंडित जिसने ज्ञान करना सी वो झूठ बोल बोल के अंतर पूजा पढ़े किताबां पढ़ते ने, मुसलमानां दीयां किताबां ते करते ने पूजा। इउं पखंड जिहड़ा चल रहा सी, सतगुरु महाराज सच्चे पातशाह हर पासे निगाह मारे ने। बाबा देखा ध्यान तर, जलती सब पृथ्वी दिसियाई। हर पासे पखंड का बोलबाला है। सतगुरु महाराज सच्चे पातशाह सब तो पहला अकाल पुरख जी के चरणों विच अरदास बेनती करते हैं। प्यारे जी जगत जलंदा रख ले, प्यारिया जगत जलंदा रख ले। प्यारे जी जगत जलंदा, प्यारे अपनी कृपा तार, प्यारे अपनी कृपा तार। अपनी कृपा तार, प्यारे अपनी कृपा तार। प्यारे जी जगत जलंदा रख ले, प्यारे जी जगत जलंदा रख ले। प्यारे प्यारे जी जगत जलंदा रख ले, अपनी कृपा धार। ये जलते हुए संसार नूं कृपा करके आप जी रखना करो मालिक जी। अकाल पुरख के चरणों में बेनतियां जोदनियां अरदासां करते हैं। जगत जलंदा रख ले, अपनी कृपा धार। जित द्वारा उभरै तितै लिहो बार। महाराज जी जिस द्वारे जिस कारण दे नाल ये संसार उधर जावे, संसार अग तो बच जावे, वो कृपा करो। हुण बाबा देखे ध्यान तर, जलती सब पृथ्वी दिसियाई। सतगुरु महाराज सच्चे पातशाह जी ते पहले ही कमर कसा करके आए सन जगत का उद्धार करने वास्ते। हुण छोटिया हुंदियां ही बचपन तो ही आप जी ने संसार का भला करना शुरू कर दिता। हुण जो जो भी बाहरों कोई आउंदा है, महाराज जी घरों अन्न जल चुक के लै जाते हैं ते लोगों में वरता दिंदे ने। कोई साधुआं की मंडली आ गई जां कोई होर मंगता फकीर तुरिया फिरदा आ गया ते वरता के आप जी लोगों का ध्यान अपने वाल आकर्षित करते हैं। जदों किते चार लोग जुड़ के बैठ जाते हैं, फिर अकाल पुरख के पासे दियाँ बातां करते हैं, गल्लां करते हैं। बचन आप जी दे अमृत तो भी मिठे,
मिठ बोला जी हर सज्जन स्वामी मोरा, हों संभल थकी जियो कदे ना बोलै कौरा। कौरा बोल ना जानै पूर्ण भगवानै, औगण को ना चितारै। पतत पावन हर बिरद सदायक, तिल नहीं भन्नै घालै। घट घट वासी सर्व निवासी, नेरा ही ते नेरा। नानक दास सदा शरनागत, हर ਅੰਮ੍ਰਿਤ ਸੱਜਣ ਮੇਰਾ। ਉਹ ਅੰਮ੍ਰਿਤ ਵਰਗਾ ਸੱਜਣ ਜਿਹੜਾ ਮਿੱਠੇ ਮਿੱਠੇ ਬੋਲ ਬੋਲ ਕੇ ਹਰ ਇੱਕ ਨੂੰ ਆਪਣੇ ਵੱਲ ਖਿੱਚੀ ਜਾ ਰਿਹਾ ਹੈ। ਜੋ ਵੀ ਸਤਿਗੁਰੂ ਮਹਾਰਾਜ ਜੀ ਦੇ ਪਿਆਰੇ ਪਿਆਰੇ ਬਚਨ ਸੁਣਦਾ ਕੋਲ ਬੈਠ ਜਾਂਦਾ। ਫਿਰ ਗਿਆਨ ਕਰਦੇ, ਫਿਰ ਬੈਠ ਕੇ ਕੋਈ ਨਾ ਕੋਈ ਵਿਚਾਰ ਕਰਦੇ ਸਨ ਬਚਪਨ ਦੇ ਵਿੱਚ ਹੀ। ਸੋ ਹੁਣ ਜਦੋਂ ਥੋੜ੍ਹੀ ਜਿਹੀ ਅਵਸਥਾ ਹੋਈ ਆਪ ਜੀ ਦੀ, ਤੇ ਆਪ ਜੀ ਹੁਣ ਚਾਦਰਾ ਲੈ ਕੇ ਲੰਬੇ ਪੈ ਰਹਿੰਦੇ ਨੇ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਧਰ ਕੇ ਕਿ ਕਦੋਂ ਅਕਾਲ ਪੁਰਖ ਦਾ ਹੁਕਮ ਹੋਵੇ, ਜਦੋਂ ਅਸੀਂ ਸੰਸਾਰ ਦਾ ਭਲਾ ਕਰਨ ਦੇ ਵਾਸਤੇ ਨਿਕਲ ਜਾਈਏ। ਮਾਤਾ ਪਿਤਾ ਨੂੰ ਅੱਜ ਫਿਕਰ ਹੋਇਆ। ਮਾਤਾ ਪਿਤਾ ਨੇ ਸਲਾਹ ਕੀਤੀ ਕਿ ਪਤਾ ਨਹੀਂ ਇਹਨੂੰ ਕੋਈ ਰੋਗ ਹੋ ਗਿਆ ਹੈ, ਚਾਦਰਾ ਲੈ ਕੇ ਲੰਬਾ ਪਿਆ ਰਹਿੰਦਾ ਹੈ, ਬੁੱਲ੍ਹ ਹਿੱਲੀ ਜਾਂਦੇ ਨੇ, ਨਾ ਬੱਚਿਆਂ ਦੇ ਨਾਲ ਜਾ ਕੇ ਬਾਹਰ ਖੇਡਦਾ, ਨਾ ਕਿਤੇ ਹੋਰ ਜਾਂਦਾ, ਕੋਈ ਰੁਚੀ ਨਹੀਂ ਰੱਖਦਾ ਸੰਸਾਰ ਵਿੱਚ। ਕੀ ਕਾਰਨ ਹੋਇਆ? ਪਿੰਡ ਦਾ ਹਰਦਾਸ ਵੈਦ ਬਾਬਾ ਕਲਿਆਣ ਚੰਦ ਜੀ ਨੂੰ ਮਾਂ ਤ੍ਰਿਪਤਾ ਨੇ ਭੇਜਿਆ ਕਿ ਜਾਓ ਵੈਦ ਨੂੰ ਜਾ ਕੇ ਬੁਲਾ ਕੇ ਲੈ ਕੇ ਆਓ, ਇਹਨਾਂ ਦਾ ਕੋਈ ਉਪਚਾਰ ਕਰੇ, ਇਹਨਾਂ ਦਾ ਕੋਈ ਇਲਾਜ ਕਰੇ। ਹੁਣ ਬਾਬਾ ਕਲਿਆਣ ਚੰਦ ਜੀ ਜਦੋਂ ਵੈਦ ਹਰਦਾਸ ਜੀ ਕੋਲ ਜਾਂਦੇ ਨੇ, ਜਾ ਕੇ ਆਖਦੇ ਨੇ ਕਿ ਵੈਦ ਜੀ ਮੇਰਾ ਪੁੱਤਰ ਨਾਨਕ ਨਾ ਤੇ ਚੱਜ ਨਾਲ ਕੁਝ ਖਾਂਦਾ ਹੈ, ਨਾ ਪੀਂਦਾ ਹੈ, ਲੰਮਾ ਪਿਆ ਰਹਿੰਦਾ ਹੈ, ਬੁੱਲ ਹਿਲਦੇ ਰਹਿੰਦੇ ਨੇ, ਚਾਦਰਾ ਤਾਣ ਕੇ ਸਾਰੀ ਦਿਹਾੜੀ ਪਿਆ ਰਹਿੰਦਾ ਹੈ। ਚਲੋ ਜਾ ਕੇ ਉਸਨੂੰ ਦੇਖੋ, ਨਬਜ਼ ਪੜ੍ਹ ਕੇ ਕੋਈ ਨਾ ਕੋਈ ਉਸਦਾ ਉਪਚਾਰ, ਕੋਈ ਇਲਾਜ ਕਰੋ। ਵੈਦ ਹਰਦਾਸ ਕਹਿਣ ਲੱਗਿਆ ਮੈਂ ਸੁਬਾਹ ਆਵਾਂਗਾ ਨਿਰਣੇ ਕਾਲਜੇ। ਸਵੇਰ ਦਾ ਸਮਾਂ ਹੋਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੁਭਾਅ ਅਨੁਸਾਰ ਆਪਣੇ ਮੰਜੇ ਉੱਤੇ ਲੇਟੇ ਹੋਏ ਨੇ, ਚਾਦਰਾ ਆਪ ਜੀ ਨੇ ਉੱਪਰ ਲਿਆ ਹੋਇਆ ਹੈ। ਉਸ ਵਕਤ ਹਰਦਾਸ ਵੈਦ ਆਇਆ। ਕਿਉਂਕਿ ਮਹਾਰਾਜ ਜੀ ਦਾ ਇਤਿਹਾਸ ਤੇ ਬੜਾ ਲੰਮਾ ਹੈ, ਆਪਾਂ ਤੇ ਕੇਵਲ ਟੂਕ ਮਾਤਰੀ ਵਿਚਾਰ ਕਰਦੇ ਹਾਂ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਜ਼ਦੀਕ ਜੋ ਵੀ ਆ ਗਿਆ ਉਹਦਾ ਉਧਾਰ ਹੋਇਆ। ਉਧਾਰ ਕੀਤੇ ਤੋਂ ਬਿਨਾਂ ਉਹ ਗਿਆ ਨਹੀਂ ਵਾਪਸ, ਉਹ ਭਾਵੇਂ ਕੋਈ ਵੀ ਹੋਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਿਆ। ਭਾਵੇਂ ਸੁਣੀਆਂ ਤਾਂ ਇਹਨੇ ਬਾਤਾਂ ਪਹਿਲਾਂ ਵੀ ਸੀ ਵੀ ਜੋ ਕਲਿਆਣ ਚੰਦ ਮਹਿਤਾ ਦਾ ਪੁੱਤਰ ਹੈ ਕੋਈ ਆਮ ਬਾਲਕ ਨਹੀਂ ਹੈ, ਉਹ ਕੋਈ ਕਰਾਮਾਤੀ ਹੈ ਜਾਂ ਕੋਈ ਅੱਲਾਹ ਦਾ ਭੇਜਿਆ ਹੋਇਆ ਬੰਦਾ ਹੈ। ਕੋਲ ਆ ਕੇ ਬੈਠ ਗਿਆ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੰਜੀ ਉੱਤੇ ਬੈਠ ਕੇ ਉਹਨੇ ਥੋੜ੍ਹਾ ਜਿਹਾ ਚਾਦਰਾ ਸਤਿਗੁਰੂ ਮਹਾਰਾਜ ਦੇ ਮੁਖ ਤੋਂ ਹਟਾਇਆ, ਪਰ ਮਹਾਰਾਜ ਨੇ ਆਪਣੇ ਨੇਤਰ ਕਮਲ ਨਹੀਂ ਖੋਲ੍ਹੇ। ਸਤਿਗੁਰੂ ਮਹਾਰਾਜ ਉਸੇ ਤਰ੍ਹਾਂ ਦੇ ਨਾਲ ਆਪਣੀ ਅਵਸਥਾ, ਕਿਉਂਕਿ ਜਿਹੜੀ ਅਵਸਥਾ ਦੇ ਵਿੱਚ ਗੁਰੂ ਵਿਰਾਜਦਾ ਹੈ ਨਾ, ਸੂਖ ਮਹਿਲ ਜਾਂ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਬਿਰਲੇ ਕਾਹੂ ਨੇਤਰੋਂ ਡਿਠੀ। ਕੀ ਹੁੰਦਾ ਹੈ ਜੀ ਉੱਥੇ? ਤੈਂ ਗੀਤ ਨਾਦ ਆਖਾਰੇ ਸੰਗਾ, ਉਹਾਂ ਸੰਤ ਕਰੇ ਹਰ ਰੰਗਾ। ਤੈਂ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਬਰਖਾ। ਗੋਹਜ ਕਥਾ ਇਹ ਗੁਰਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਉੱਥੇ ਨਿਵਾਸ ਕਰਦੇ ਨੇ ਰੱਬ ਦੇ ਪਿਆਰੇ ਗੁਰੂ ਜਨ ਮਹਾਂਪੁਰਖ। ਫਿਰ ਉਹ ਤੇ ਹੈ ਹੀ ਅਕਾਲ ਪੁਰਖ ਸਨ, ਆਪਣੀ ਮੌਜ ਦੇ ਵਿੱਚ ਲੰਮੇ ਪਏ ਸਨ। ਜਦੋਂ ਹਰਦਾਸ ਵੈਦ ਨੇ ਆ ਕੇ ਹਿਲਾਇਆ, ਥੋੜ੍ਹੇ ਜਿਹੇ ਨੇਤਰ ਕਮਲ ਆਪ ਜੀ ਨੇ ਖੋਲ੍ਹੇ। ਹਰਦਾਸ ਵੈਦ ਵੱਲ ਵੇਖਿਆ ਕਿ ਇਹ ਕੀ ਕਰ ਰਿਹਾ। ਇਤਨੇ ਨੂੰ ਹਰਦਾਸ ਵੈਦ ਨੇ ਆਪਣਾ ਸੱਜਾ ਹੱਥ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਖੱਬੇ ਗੁੱਟ ਉੱਤੇ ਰੱਖਿਆ। 3 ਉਂਗਲਾਂ ਰੱਖ ਕੇ ਤੇ ਮਹਾਰਾਜ ਜੀ ਦੀ ਨਬਜ਼ ਪਛਾਣਨ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਪਿੱਤ ਵਾਜੂ ਤੇ ਕਫ ਦੁਆਰਾ ਇਹ ਜਿਹੜੇ ਪੁਰਾਣੇ ਵੈਦ ਸਨ ਰੋਗ ਨੂੰ ਪਛਾਣ ਲਿਆ ਕਰਦੇ ਸਨ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੈਦ ਵੱਲ ਦੇਖਿਆ, ਸਤਿਗੁਰੂ ਮਹਾਰਾਜ ਕਹਿਣ ਲੱਗੇ ਵੈਦ ਜੀ ਕੀ ਲੱਭਦੇ ਹੋ? ਕਹਿਣ ਲੱਗੇ ਜੀ ਤੁਹਾਡਾ ਰੋਗ ਲੱਭਦਾ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਂਹ ਛਡਾਉਂਦੇ ਹੋਏ ਬਚਨ ਉਚਾਰਨ ਕਰਨਾ ਕੀਤਾ। ਵੈਦਾ ਮੇਰੀ ਜੀ ਬਾਂਹ ਛੱਡ ਦੇ, ਵੈਦਾ ਮੇਰੀ ਜੀ ਬਾਂਹ ਛੱਡ ਦੇ, ਵੈਦਾ ਮੇਰੀ ਬਾਂਹ ਛੱਡ ਦੇ, ਹਾਂ ਵੈਦਾ ਮੇਰੀ। ਤੈਨੂੰ ਰੋਗ ਦਾ ਪਤਾ ਨਾ ਕੋਈ ਪਿਆਰਿਆ, ਬਾਂਹ ਛੱਡ ਦੇ, ਹਾਂ ਵੈਦਾ ਮੇਰੀ ਜੀ ਬਾਂਹ ਛੱਡ ਦੇ। ਉਹ ਤੈਨੂੰ ਰੋਗ ਦਾ ਪਤਾ ਨਾ,
ਮੇਰਿਆ ਮਾਂ ਛੱਡ ਦੇ ਵੈਦਾ ਮੇਰੀ ਜੀ ਮਾਂ ਛੱਡ ਦੇ ਤੈਨੂੰ ਰੋਗ ਦਾ ਪਤਾ ਨਾ ਕੋਈ सतगुरु महाराज सच्चे पातशाह कहने लगे वैद जी तुहानू ते रोग दा पता ही कोई नहीं भोला वैद ना जाने करक करेजे माहे वैदा वैद स्वैद तू पहला रोग पछाण पहला रोग नू चंगी तरह पछाण फिर तू साडा इलाज करी। महाराज जी कहने लगे साडे तां ऐसी करक है करेजे विच दुनिया दी जो दुनिया सड़ भुज रही है होर ते सानू रोग ही कोई है नहीं। सतगुरु नानक देव जी महाराज ने कहा कि तू तो खुद अरोग नहीं है तैनू वड्डा होमे का रोग चिंबड़िया होया है। सतगुरु महाराज सच्चे पातशाह जी का श्रद्धालु हो गया। महाराज जी ने उपदेश करना कीता उपदेश दे के हरदास बैद का उद्धार करना कीता। कुतुबुद्दीन काजी का संसार की विनाशता दस के यक अर्ज गुफ्तम पेश तो दरगोस कुन करतार हक्का कबीर करीब तू बेऐब परबदगार दुनिया मुकामे फानी तहकीक दिरदानी ममसर मोए अजराइल गिरफत है दिल हेचना दानी जन पिसर पदर बिरादरा का संदेश दस्तंगीर आखिर बेफ्तम कसना दारद चूं सवद तकबीर सब रोज गश्तम दरहवा करदेम बदी ख्याल गाहे ना नेकी कार करदम मम ईंच ने अहबाल हम चूब खील गाफल बेनजर बेबाक नानक बगोयद जन तुरा तेरे चाकरा पाखागदा। फारसी विच शब्द उच्चारण करके महाराज जी ने कुतुबुद्दीन काजी का उद्धार करना किया। गोपाल पांधे नूं सतगुरु महाराज ने कहा कि बाबा इहो लेखा लिख जान जिथे लेखा मंगी है तिथे होए सच्चा निशान का शब्द उच्चारण करके महाराज ने उद्धार करना किया। आओ किन्ने का जिक्र करिए जिन्हां दा महाराज जी ने संसार में आके उद्धार करना किया। अज के दिन आप सारे सतगुरु नानक देव जी महाराज का प्रगट दिहाड़ा उन्हों का अवतार दिहाड़ा मना रहे हैं। सब संगतां नूं आप जी के अवतार दिहाड़े दियां लखां लखां बधाइयां ने। सुआओ सो समा हो चुकिया है 7 बजे का। सो प्रधान जी का और इत्थों के सेवादारां दा बाबा हरजीत सिंह जी होना का बहुत बहुत धन्यवाद जिन्हों ने इत्थे सेवा का यह मौका देना किया है। दर्शन कराए ने संगत दे इस तरह के नाल महाराज जी कृपा रखन समूह परिवारों के सिर ते मेहर पर हत्थ रख के चढ़दी कला दीआं दातां बख्शिश करन। सो इतनी हाजरी प्रवान करनी कीर्तन करदे हां। सो आओ सतगुरु महाराज सच्चे पातशाह जी का आपां जिक्र कर रहे हैं कि महाराज जी ने किना का उद्धार नहीं करना किया संसार में आके। सो सतगुरु महाराज सच्चे पातशाह जी ने वैद बुलाया वैदगी पकड़ ढंडोले बांह वैद नूं बुलाया वैदगी करन दे वास्ते इलाज करन दे वास्ते। सतगुरु नानक देव जी महाराज की बांह पकड़दा है ढंडोलदा है रोग नूं। वैद बुलाया वैदगी पकड़ ढंडोले बाहां भोला वैद ना जाने करक करेजे माहे। सतगुरु महाराज सच्चे पातशाह कहते भोला वैद तो जानता ही नहीं इनू तो सुझ ही नहीं साडे दिल विच की रोग है साडे दिल विच किहड़ी करक है जिहड़ी करक सानू सौण नहीं दिंदी जिहड़ी करक सानू चैन नहीं लैण दिंदी जिहड़ी करक सानू दिन रात पुकारा करदी है कि आओ साडा आके उद्धार करो। सतगुरु नानक देव जी महाराज सच्चे पातशाह जी ने वैद नूं कहा कि वैद जी संसार दे विच सारे रोगी ने। महाराज जी ने बचन उच्चारण किया कि जो दिसै सो रोगी रोग रहत मेरा सतगुर जोगी। महाराज जी कहने लगे कि संसार दे विच ते भाई सारे रोगी ने। कोई किसी नूं कोई रोग चिंबड़िया होया किसी नूं कोई रोग चिंबड़िया होया है। कोई तन दुखी कोई मन दुखी कोई चिंता चित्त उदास थोड़े थोड़े सब दुखी सुखी हरि के दास जिन्हां ने सतगुरु महाराज जी के भाणे विच आ जाना किया है कि दुख सुख पुरब जन्म के किए सो जाना जिन दाता दिए किसको दोष दे तुम प्राणी सौ अपना किया करारा है। जिन्हों ने निश्चय कर लिया है कि दुख ते सुख दोवें ही अकाल पुरख वाहिगुरु ने देने कीते ने वो अकाल पुरख वाहिगुरु के भाणे विच आके होमै दे रोग की निवृत्ति कर लेंदे ने। जिहदे अंदरों होमै दे रोग की निवृत्ति हो गई सो ਉਹਦੇ दृष्टि ਵਿੱਚ संसार ਜਿਹੜਾ एक समान हो गया। वो दुख सुख दोनों सम कर जाना और मान अपमाना
ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਉਹ ਹਰਖ ਤੇ ਸੋਗ ਤੋਂ ਉੱਚਾ ਹੋ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਪਦੇਸ਼ ਕਰਨਾ ਕੀਤਾ, ਵੈਦ ਜੀ ਸੰਸਾਰ ਵਿੱਚ ਸਾਰੇ ਰੋਗੀ ਨੇ, ਜਿਸ ਦਾ ਹਉਮੈ ਦਾ ਰੋਗ ਦੂਰ ਹੋ ਗਿਆ ਉਹ ਸੰਸਾਰ ਦੇ ਵਿੱਚ ਸੁਖੀ ਹੋ ਜਾਂਦਾ ਹੈ। ਅਕਾਲ ਪੁਰਖ ਦਾ ਬਲਕਿ ਉਹ ਰੂਪ ਹੀ ਹੋ ਜਾਂਦਾ ਹੈ। ਜਦ ਮੈਂ ਤੇ ਤੂੰ ਦੀ ਹੱਦ ਮੁੱਕ ਗਈ, ਫਿਰ ਬੰਦਾ ਕੀ ਤੇ ਮੌਲਾ ਕੀ। ਜਦੋਂ ਮੈਂ ਤੇ ਤੂੰ ਦੀ ਹੱਦ ਹੀ ਮੁੱਕ ਗਈ ਤੇ ਫਿਰ ਬੰਦਾ ਤੇ ਰਹਿ ਨਹੀਂ ਨਾ ਗਿਆ। ਇਹ ਮੈਂ ਨੇ ਬੰਦੇ ਨੂੰ ਪੈਦਾ ਕੀਤਾ ਹੈ, ਸੰਸਾਰ ਵਿੱਚ ਨਹੀਂ ਤੇ ਅਕਾਲ ਪੁਰਖ ਤੋਂ ਵੱਖ ਨਹੀਂ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਪਦੇਸ਼ ਕਰਨਾ ਕੀਤਾ ਤੇ ਉਸ ਵਕਤ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਉੱਤੇ ਸੀਸ ਝੁਕਾ ਦਿੱਤਾ। ਹਰਦਾਸ ਵੈਦ ਨੇ ਜੈਸਾ ਸੁਣਿਆ ਸੀ ਤੈਸਾ ਹੀ ਪਾਇਆ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਕਿਉਂ ਜੀ? ਵਿਛੜਿਆ ਮੇਲੇ ਪ੍ਰਭੂ, ਉਹ ਵਿਛੜਿਆ ਹੋਇਆਂ ਨੂੰ ਮੇਲਦਾ ਹੈ। ਜਿਹੜੇ ਅਸੀਂ ਜੀਵ ਆਪਣੇ ਕਰਮਾਂ ਕਰਕੇ ਅਕਾਲ ਪੁਰਖ ਵਾਹਿਗੁਰੂ ਤੋਂ ਵਿਛੜ ਗਏ ਆ, ਉਹਨਾਂ ਨੂੰ ਮਿਲਣ ਦੇ ਵਾਸਤੇ ਗੁਰੂ ਸਮਰੱਥ ਹੈ, ਕਿਉਂਕਿ ਉਹ ਆਪ ਮਿਲਿਆ ਹੋਇਆ ਹੈ। ਜਿਹੜਾ ਆਪ ਮਿਲਿਆ ਹੋਇਆ ਹੈ ਉਹ ਦੂਜੇ ਨੂੰ ਵੀ ਰਸਤਾ ਦੱਸ ਕੇ ਮਿਲਾ ਸਕਦਾ ਹੈ। ਇਸ ਕਰਕੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਉਹ ਦਰਗਾਹ ਦੇ ਵਿੱਚ ਵੀ ਵਸੀਠ ਵਕੀਲ ਬਣ ਜਾਂਦਾ ਹੈ, ਗਵਾਹ ਬਣ ਜਾਂਦਾ ਹੈ। ਜਿੱਥੇ ਕਿਤੇ ਨੂੰ ਭੀੜੀ ਆਵੇ ਸੰਸਾਰ ਦੇ ਵਿੱਚ ਹੀ, ਤੇ ਸੰਸਾਰ ਦੇ ਵਿੱਚ ਤਾਂ ਵਾਹਿਗੁਰੂ ਰੱਖਿਆ ਕਰਦੇ ਹੈ ਨਾ ਇਹਦੀ, ਪਰ ਜਦੋਂ ਕਿਤੇ ਪਰਲੋਕ ਦੇ ਵਿੱਚ ਵੀ ਇਹਨੂੰ ਲੋੜ ਪੈਂਦੀ ਹੈ ਨਾ ਜੀਵ ਨੂੰ, ਉੱਥੇ ਵੀ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਇਹਦਾ ਸਹਾਈ ਹੁੰਦਾ ਹੈ। ਕਿਉਂਕਿ ਜਾ ਕਾ ਕਹਿਆ ਦਰਗਾਹ ਚੱਲੈ, ਸੋ ਕਿਸ ਕੋ ਨਜ਼ਰ ਲੈ ਆਵੈ ਤਲੈ। ਲੋਕ ਪਰਲੋਕ ਦਾ ਮਾਲਕ ਹੈ ਗੁਰੂ, ਦੋਵੇਂ ਜਹਾਨੀ ਗੁਰੂ ਇਸ ਜੀਵ ਦੀ ਰਕਸ਼ਾ ਕਰਦਾ ਹੈ। ਇਸ ਕਰਕੇ ਮਹਾਰਾਜ ਜੀ ਨੇ ਫਰਮਾਨ ਕੀਤਾ ਕਿ ਭਾਈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਇਸ ਕਰਕੇ ਗੁਰੂ ਹਉਮੈ ਦੇ ਰੋਗ ਨੂੰ ਕੱਟ ਕੇ ਇਹਨੂੰ ਅਕਾਲ ਪੁਰਖ ਦੇ ਨਾਲ ਮਿਲਾ ਦਿੰਦਾ। ਕੱਟਦਾ ਹੈ ਸਤਿਗੁਰ ਹਉਮੈ ਵਾਲੇ ਰੋਗ ਨੂੰ, ਕੱਟਦਾ ਹੈ ਸਤਿਗੁਰ ਹਉਮੈ ਵਾਲੇ ਰੋਗ ਨੂੰ। ਕੱਟਦਾ ਹੈ ਸਤਿਗੁਰ ਹਉਮੈ ਵਾਲੇ ਰੋਗ ਨੂੰ, ਕੱਟਦਾ ਹੈ ਸਤਿਗੁਰ ਹਉਮੈ ਵਾਲੇ ਰੋਗ ਨੂੰ। ਹਉਮੈ ਵਾਲੇ ਰੋਗ ਨੂੰ ਪਿਆਰਾ, ਹਉਮੈ ਵਾਲੇ ਰੋਗ ਨੂੰ, ਹਉਮੈ ਵਾਲੇ ਰੋਗ ਨੂੰ, ਹਉਮੈ ਵਾਲੇ ਰੋਗ ਨੂੰ। ਕੱਟਦਾ ਹੈ ਸਤਿਗੁਰ ਹਉਮੈ ਵਾਲੇ ਰੋਗ ਨੂੰ, ਕੱਟਦਾ ਹੈ ਜੀ ਪਿਆਰਾ ਹਉਮੈ ਵਾਲੇ ਰੋਗ ਨੂੰ। ਜਿਹੜਾ ਜੀਵ ਹਉ ਵਿੱਚ ਜੰਮਦਾ ਫਿਰਦਾ ਹੈ, ਜੋ ਹਉ ਵਿੱਚ ਮਰਦਾ ਫਿਰਦਾ ਹੈ, ਅਕਾਲ ਪੁਰਖ ਵਾਹਿਗੁਰੂ ਇਹਦੇ ਹਉਮੈ ਦਾ ਰੋਗ ਮਿਟਾ ਕਰਕੇ ਇਹਨੂੰ ਸਦਾ ਵਾਸਤੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਅਰਦਾਸ ਵੈਦ ਨੂੰ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਉਪਦੇਸ਼ ਕਰਨਾ ਕੀਤਾ, ਹੁਣ ਸਾਰੇ ਨਗਰ ਵਿੱਚ ਬਾਤ ਫੈਲ ਗਈ, ਇਹ ਗੱਲ ਫੈਲ ਗਈ ਕਿ ਮਹਾਰਾਜ ਜੀ ਜਿਹੜੇ ਨੇ ਬਾਬਾ ਕਲਿਆਣ ਚੰਦ ਦੇ ਸਪੁੱਤਰੋ ਕੋਈ ਆਮ ਬਾਲਕ ਨਹੀਂ। ਹੁਣ ਮਹਾਰਾਜ ਜੀ ਤੇ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਨੇ, ਕਿਉਂਕਿ ਅਜੇ ਤੱਕ ਅਕਾਲ ਪੁਰਖ ਵਾਹਿਗੁਰੂ ਦਾ ਇਹ ਹੁਕਮ ਨਹੀਂ ਹੋਇਆ ਕਿ ਸੰਸਾਰ ਨੂੰ ਉਪਦੇਸ਼ ਕਰੋ। ਹੁਣ ਕਈ ਵਾਰੀ ਬਾਹਰ ਜੰਗਲਾਂ ਵਿੱਚ ਜਾ ਕੇ ਬੈਠ ਜਾਂਦੇ ਨੇ, ਕਬਰਸਤਾਨ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ। ਮਾਤ ਪਿਤਾ ਨੂੰ ਫਿਰ ਫਿਕਰ ਹੋਇਆ, ਕੁਤਬਦੀਨ ਕਾਜੀ ਨੂੰ ਬੁਲਾਇਆ ਗਿਆ ਕਿ ਜਾਓ ਜਾ ਕੇ ਸਾਡੇ ਪੁੱਤਰ ਨੂੰ ਦੇਖੋ, ਕਿਤੇ ਉਹਨੂੰ ਕੋਈ ਭੂਤ ਚੜੇਲ ਤਾਂ ਨਹੀਂ ਚਿੰਬੜ ਗਿਆ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਹਨੂੰ ਆਇਆ ਨਜ਼ਦੀਕ ਦੇਖਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਵਿੱਚ ਭੂਤ ਉਹ ਨੇ ਭਾਈ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਜਿਹੜੇ ਸੰਸਾਰ ਦੇ ਵਿੱਚ ਆ ਕੇ ਆਪਣੇ ਆਪੇ ਦੀ ਸੋਝੀ ਨਹੀਂ ਰੱਖਦੇ, ਜਿਨ੍ਹਾਂ ਨੂੰ ਇਹ ਭੁੱਲ ਗਿਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖਾ ਦੇਹੀ ਕਿਉਂ ਬਖਸ਼ੀ ਹੈ, ਜਿਹੜੇ ਈਟ ਐਂਡ ਡਰਿੰਕ ਵੀ ਮੈਰੀ ਤੱਕ ਹੀ ਸੀਮਿਤ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਸੰਸਾਰ ਦੇ ਵਿੱਚ ਭੂਤ ਲੋਕ ਨੇ ਭਾਈ। ਮਹਾਰਾਜ ਜੀ ਨੇ ਫਿਰ ਉੱਥੇ ਦੁਨੀਆ ਦੇ ਮਕਾਮ ਨੂੰ, ਦੁਨੀਆ ਦੇ ਡੇਰੇ ਨੂੰ, ਦੁਨੀਆ ਦੀ ਸਟੇਅ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਨਾ ਫਿਲਾ ਜਾਣ ਕੇ ਉਸ ਕਾਜੀ ਨੂੰ ਉਪਦੇਸ਼ ਕਰਨਾ ਕੀਤਾ ਸੀ। ਕਾਜੀ ਸਾਹਿਬ, ਸੰਸਾਰ ਤੇ ਸਾਰਾ ਬਿਨਸਨਹਾਰ ਹੈ, ਇੱਥੇ ਕੁਝ ਰਹੇਗਾ ਨਹੀਂ। ਉੱਥੇ ਹੀ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਯਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸ ਕੁਨ ਕਰਤਾਰ। ਕੰਨ ਦੇ ਕੇ ਸੁਣੋ ਕਾਜੀ ਸਾਹਿਬ ਆਪਣੇ ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ। ਯਕ ਅਰਜ ਗੁਫਤਮ ਪੇਸ਼ ਤੋਂ ਦਰ ਗੋਸ ਕੁਨ ਕਰਤਾਰ। ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਉਹ ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਮਾਲਕ ਹੈ, ਉਹ ਸਾਰਿਆਂ ਦੀ ਪ੍ਰਤਿਪਾਲਨਾ ਕਰਨ ਵਾਲਾ, ਉਹਦੀ ਗੱਲ ਕੰਨ ਦੇ ਕੇ ਸੁਣੋ। ਉਹ ਅਕਾਲ ਪੁਰਖ ਜਿਸ ਨੇ ਸਵਾਸ ਬਖਸ਼ੇ ਨੇ, ਇੱਕ ਦਿਨ ਉਹਨੇ ਸਵਾਸ ਲੈ ਵੀ ਲੈਣੇ ਨੇ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੋਏ ਅਜ਼ਰਾਇਲ ਗਿਰਫਤ ਹੈ ਦਿਲ ਖੇਚਣਾ ਦਾਨੀ। ਸਾਡੇ ਸਿਰ ਦੇ ਜਿਹੜੇ ਕੇਸ ਨੇ, ਸਿਰ ਦੇ ਬਾਲ ਨੇ ਜਿਹੜੇ, ਉਹ ਅਜ਼ਰਾਇਲ ਫਰਿਸ਼ਤੇ ਨੇ ਪਕੜੇ ਹੋਏ ਨੇ। ਪਤਾ ਨਹੀਂ ਕਿਹੜੇ ਵੇਲੇ ਧੂਕੇ ਉਹਨੇ ਆਪਣੇ ਨਾਲ ਇਸ ਨੂੰ ਲੈ ਜਾਣਾ ਹੈ। ਇਸ ਕਰਕੇ ਜਰਾ ਹੋਸ਼ ਕਰੋ। ਭੂਤ ਨੂੰ ਹੋਸ਼ ਨਹੀਂ ਹੁੰਦਾ, ਪਰ ਇਨਸਾਨ ਨੂੰ ਤੇ ਹੋਸ਼ ਹੈ। ਇਨਸਾਨ ਬਣੋ, ਹੋਸ਼ ਕਰੋ, ਹੋਸ਼ ਸੰਭਾਲੋ। ਜਨ ਪਿਸਰ ਪਦਰ ਬਰਾਦਨਾ ਕਾ ਸੰਦੇਸ਼ ਦਸ ਤੰਗੀਰ। ਅੱਗੇ ਜਾ ਕੇ ਜਦੋਂ ਲੇਖਾ ਪਤਾ ਹਿਸਾਬ ਕਿਤਾਬ ਹੋਏਗਾ ਤੇ ਕਿਸੇ ਨੇ ਵੀ ਇਹਦਾ ਸਾਥ ਨਹੀਂ ਦੇਣਾ। ਮਹਾਰਾਜ ਜੀ ਨੇ ਉੱਥੇ ਉਪਦੇਸ਼ ਕਰਨਾ ਕੀਤਾ, ਕਾਜੀ ਦਾ ਵੀ ਉਧਾਰ ਕਰਨਾ ਕੀਤਾ। ਸੁਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪਾਂ ਜੋ ਇੱਥੇ ਜਸ ਕਰ ਰਹੇ ਹਾਂ, ਸ਼ੋਭਾ ਕਰ ਰਹੇ ਹਾਂ, ਜਿਵੇਂ ਉਹਨਾਂ ਦਾ ਸਤਿਗੁਰੂ ਮਹਾਰਾਜ ਨੇ ਇਤਿਹਾਸ ਦੇ ਜ਼ਿਕਰ ਅਨੁਸਾਰ ਉਧਾਰ ਕਰਨਾ ਕੀਤਾ, ਇਵੇਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਵੀ ਉਧਾਰ ਕਰ ਦੇਣ। ਸੁਆਓ ਲੱਗਦਾ ਰਾਗੀ ਜੱਥਾ ਦੂਸਰੇ ਆ ਗਏ ਨੇ ਜਿਨ੍ਹਾਂ ਨੇ ਸ਼ਬਦ ਕੀਰਤਨ ਜਾਂ ਇਤਿਹਾਸ ਦੇ ਨਾਲ ਆਪ ਨੂੰ ਜੋੜਨਾ ਹੈ। ਸੋ ਇਤਨਾ ਹੀ ਸਮਾਂ ਜਿਹੜਾ ਉਹ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇ ਭਾਈ। ਆਪਣਾ ਕੀਤਾ ਹੋਇਆ ਜਿਹੜਾ ਜਸ ਹੈ, ਕੀਤਾ ਹੋਇਆ ਸਿਮਰਨ ਤੇ ਕੀਤਾ ਹੋਇਆ ਕੀਰਤਨ ਹੈ, ਇਹ ਮੁਜ਼ਰੇ ਪੈ ਜਾਵੇ, ਲੇਖੇ ਪੈ ਜਾਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸਾਨੂੰ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਤੇ ਜੀਵਨ ਦੀ ਸਫਲਤਾ ਦੀ ਜਾਂਚ ਪ੍ਰਾਪਤ ਹੋ ਜਾਵੇ। ਇਹੋ ਹੀ ਮੰਗਦੇ ਹੋਏ ਇੱਕ ਵਾਰ ਫਿਰ ਆਪ ਜੀ ਦਾ ਸਮੂਹ ਦਾ ਬਹੁਤ ਬਹੁਤ ਧੰਨਵਾਦ। ਪ੍ਰਧਾਨ ਜੀ ਉਹਨਾਂ ਦਾ, ਬਾਬਾ ਹਰਜੀਤ ਸਿੰਘ ਜੀ ਦਾ, ਸਮੂਹ ਸੰਗਤ ਦਾ, ਪਰਿਵਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਪਿਆਰ ਦੇ ਨਾਲ ਬੈਠ ਕੇ, ਇਕਾਗਰਤਾ ਨਾਲ ਬੈਠ ਕੇ ਗੁਰੂ ਕਾ ਜਸ ਸਰਵਣ ਕਰਨਾ ਕੀਤਾ ਹੈ। ਸੋ ਆਓ ਫਤਿਹ ਦੀ ਸਾਂਝ ਸਾਰੇ ਗੱਜ ਵੱਜ ਕੇ ਕਰਿਓ। ਇੱਕ ਵਾਰ ਫਿਰ ਆਪ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਥੀ ਸਰਦਾਰੇ ਸਨ ਭਾਈ ਦਰਸ਼ਨ ਜੀ ਤੇ ਨਾਲ ਬੀਬੀ ਅਮਰਜੀਤ ਕੌਰ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਪੂਰਨਮਾਸ਼ੀ ਦੇ ਦਿਹਾੜੇ ਤੇ ਦਵਾਈ ਹੈ। ਆਓ ਇਸ ਤਰ੍ਹਾਂ ਦੀ ਬੰਤ ਨਾਲ ਸ੍ਰੀ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾ ਕੇ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ ਸਾਰੇ ਛਪੇ ਅੰਧੇਰ ਖਲੋਆ। ਗੁਰੂ ਮਹਾਰਾਜ ਨੇ ਜੋ ਪਹਿਲਾ ਸ਼ਬਦ ਉਚਾਰਨ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਦਾ, ਧੰਨ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸ਼ਬਦ ਹੈ, ਸ੍ਰੀ ਰਾਗ ਦੇ ਵਿੱਚ ਮਾਤ ਦੇਵ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾਮ। ਮੋਤੀ ਦਾ ਮੰਦਰ ਉਸਰੇ ਰਤਨੀ ਦਾ ਹੋਏ ਜੜਾਓ। ਕਸੂਰ ਕੁੰਗੂ ਅਗਰ ਚੰਨ ਦੀ ਲੀਮ ਆਵੇ ਚਾਓ। ਮਾਤ ਦੇਵ ਭੂਲਾ ਵਿਸਰੈ
तेरा चितना आवेला। ये शब्द गायन करते मत देख भूला विसरे तेरा चितना आवेला। मत देख भूला विसरे तेरा चितना आवेला। तेरा चितना आवेला। तेरा चितना आवेला। मत देख भूला विसरे तेरा चितना आवेला। मोती का मंदिर ऊंच है, रत्नी का होए जराओ। मोती का मंदिर